ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੁੰਦਾ। ਇਹ ਜਿਹੜੇ ਚਿਹਰੇ ਆ ਹੀਰੋਜ਼ ਦੇ ਚਿਹਰੇ ਆ ਉਹ ਕਾਮਯਾਬ ਹੁੰਦੇ ਆ, ਉਹ ਲੱਖਾਂ ਰੁਪਏ ਲੈ ਰਹੇ ਹੁੰਦੇ ਆ, ਬਾਅਦ 'ਚੋਂ ਵਾਲੀ ਵਾਰਸ ਵੀ ਨਹੀਂ ਬਣਦੇ ਕਿ ਯਾਰ ਜਿਸ ਐਕਟਰ ਨੇ ਮੇਰਾ ਡੁਪਲੀਕੇਟ ਕਰਕੇ ਜਾਨ ਦੇ ਦਿੱਤੀ ਆ ਮੈਂ ਹੀ ਉਹਦੇ ਵਾਸਤੇ ਕੁਛ ਕਰ ਲਵਾਂ, ਕਿਉਂਕਿ ਮੇਰੀ ਹੀ ਕਿਰਦਾਰ ਨੂੰ ਬੜਾਈ ਮਿਲੀ ਆ। ਜਨਾਬ ਗੱਲ ਇਹ ਹੈਗੀ ਆ ਕਿ ਜੇ ਮੈਂ ਗੱਲ ਲੰਬੀ ਕਰਨ ਬੈਠ ਗਿਆ ਨਾ ਤਾਂ ਫਿਰ ਸਿਰਫ ਇਹੀ ਗੱਲ ਕਰਾਂਗਾ ਅਤੇ ਬਹੁਤ ਲੰਬੀ ਗੱਲ ਹੋ ਜਾਏਗੀ, ਕਿਉਂਕਿ ਗੱਲ ਹੀ ਐਸੀ ਆ। ਲਿਹਾਜ਼ਾ ਮੈਂ ਤੁਹਾਨੂੰ ਵਾਕਿਆਤ ਦੀ ਤਰਫ ਲੈ ਕੇ ਜਾਂਦਾ। ਠੀਕ ਹੈ ਜਨਾਬ, ਵਾਕਿਆਤ ਸ਼ੁਰੂ ਕਰਨ ਤੋਂ ਪਹਿਲੇ ਜਨਾਬ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ, ਲਾइक करो, शेयर करो और कमेंट्स भी कराया करो। तुसी बड़ा मुहब्बत प्यार दे रहे हो और मैं तुहाडा सब दा बहुत शुक्रगुजार हाँ। चलिए जी असी अपना वो गल शुरू करते हैं। गल जनाब ये आ कि जे एक दौर सी जो ब्रूस ली जिहड़ा सी ना उन्होंने उहदी डैथ हुई, उन्होंने गोली वजी तो यकीन करो इन्ना हल्ला गुल्ला मचिया, इन्ना 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 कि अज तक कोई शोर शराबा। उस तो बाद इंडियन एक्टर सुपरस्टार अमिताभ बच्चन ਉਹਨੂੰ ਸੱਟ ਲੱਗੀ, ਉਹ ਜਿਹੜਾ ਉਹਦੇ ਉਹ ਲੱਗ ਗਿਆ ਸੀ, ਮੁੱਕਾ ਲੱਗ ਗਿਆ ਸੀ ਇੱਕ। ਵੈਸੇ ਅੱਜ ਕੱਲ੍ਹ ਉਹ ਵੀ ਬੰਦਾ ਐਜ਼ ਏ ਵਿਲਨ ਟਾਈਪ ਬੜਾ ਅੱਛਾ ਬੜਾ ਮਕਬੂਲ ਹੀਰੋ ਆ, ਯਾਨੀ ਕਿ ਮਕਬੂਲ ਐਕਟਰ ਕਹਿ ਸਕਦੇ ਹਾਂ, ਹੀਰੋ ਤਾਂ ਨਹੀਂ। ਲੇਕਿਨ ਉਹਦਾ ਮੁੱਕਾ ਲੱਗ ਗਿਆ, ਉਹਦੀ ਵਜ੍ਹਾ ਤੋਂ ਬੜਾ ਹੰਗਾਮਾ ਹੋਇਆ, ਹੱਲਾ ਗੁੱਲਾ, ਇਹ ਖਬਰਾਂ ਉਹ ਖਬਰਾਂ ਹੋ ਜਾਂਦਾ ਵਾ ਯਾਰ, ਕੰਮ ਕਰਦਿਆਂ ਕਰਦਿਆਂ ਗੂੰਜ ਨੀਚ ਹੋ ਹੀ ਜਾਂਦੀ ਆ। ਲੋਕਾਂ ਨੇ ਬਹੁਤ ਬੁਰਾ ਭਲਾ ਉਹਨੇ ਮੁੱਕਾ ਕਿਉਂ ਮਾਰਿਆ, ਕਿਵੇਂ ਵੱਜਾ। ਚਲੋ ਜੀ ਇਹ ਸ਼ੋਹਰਤ ਸੀ, ਮਿਲੀ ਕਿਹਨੂੰ? ਹੀਰੋ ਨੂੰ, ਐਕਟਰ ਨੂੰ। ਔਰ ਜਨਾਬ ਇਹ ਸਾਰੇ ਮਾਮਲਾਤ ਨੂੰ ਮੱਦੇਨਜ਼ਰ ਰੱਖ ਕੇ ਨਾ ਮੈਂ ਇਹ ਗੱਲ ਕਰ ਰਿਹਾ ਵਾਂ ਕਿ ਉਸ ਦੌਰ 'ਚ ਜਦੋਂ ਪੰਜਾਬੀ ਫਿਲਮਾਂ ਦਾ ਦੌਰ ਸੀ, ਇੱਕ ਫਿਲਮ ਬਣਦੀ ਸੀ, ਨਾਮ ਲਵਾਂਗਾ ਤਾਂ ਬਹੁਤ ਲੰਬਾ ਕੰਮ ਹੋ ਜਾਏਗਾ ਕਿਉਂਕਿ ਇਹਨਾਂ ਲੋਕਾਂ ਨੇ ਤਾਂ ਬੜੀਆਂ ਫਿਲਮਾਂ 'ਚ ਕੰਮ ਕੀਤਾ। ਫਿਲਮ ਜਨਾਬ ਬਣ ਰਹੀ ਸੀ ਦਰਿਆਏ ਸਵਾਤ ਦੇ ਪੁਲ ਤੋਂ ਇੱਕ ਸੀਨ ਸੀ ਜਿਹੜਾ ਨਾ ਐਜ਼ ਏ ਮੁਸਤਫਾ ਕੁਰੈਸ਼ੀ, ਸੁਲਤਾਨ ਰਈ ਸਾਹਿਬ ਉਹਨਾਂ ਨੇ ਛਲਾਂਗ ਮਾਰਨੀ ਸੀ। ਉਹ ਸੀਨ ਜਿਹੜਾ ਸੀ ਉਹ ਇਸ ਤਰ੍ਹਾਂ ਦਾ ਹੀ ਲਿਖਿਆ ਗਿਆ ਸੀ। ਅੱਛਾ ਜੀ, ਉਹ ਚੱਲ ਪਿਆ ਕੰਮ। ਮਕਸਦ ਇਹ ਆ, ਇੱਕ ਦੌਰ ਆਇਆ ਜਦੋਂ ਸ਼ੂਟਿੰਗ ਕਰਨ ਵਾਸਤੇ ਗਏ, ਇੱਕ ਫੌਜੀ ਨਾਮ ਦਾ ਫਾਈਟਰ ਸੀ ਔਰ ਇੱਕ ਸਟੰਟਮੈਨ ਜਿਹੜਾ ਸੀ ਉਹ ਮੁਸਤਫਾ ਕੁਰੈਸ਼ੀ, ਉਹ ਬੜੇ ਹਿੱਟ ਕਾਮਯਾਬ ਗਏ। ਲੇਕਿਨ ਉਹਦੇ ਘਰ ਦਾ ਇੱਕ ਸਮਝ ਲਓ ਕਿ ਜਿਹੜਾ ਘਰ ਦਾ ਕਫੀਲ ਸੀ ਉਹਨਾਂ ਦਾ, ਉਹਦੇ ਘਰ ਦਾ ਉਹ ਜਿਹੜਾ ਕਫੀਲਦਾਰ ਸੀ ਨਾ ਉਹ ਖ਼ਤਮ ਹੋ ਗਿਆ। ਉਹ ਪਤਾ ਨਹੀਂ ਵਿਚਾਰੇ ਕਿੱਦਾਂ ਜ਼ਿੰਦਗੀ ਬਸਰ ਕਰਦੇ, ਕਿਵੇਂ ਫਾਕੇ ਹੋਏ, ਕੀ ਹੋਇਆ ਕਿਉਂ ਜਨਾਬ। ਲਓ ਜੀ ਅਗਲੀ ਸਟੋਰੀ ਜਿਹੜੀ ਆ ਉਹ ਐਕਟਰਸ ਜਿਹੜੀ ਸੀ ਨਾ ਨਜਮਾ ਮਹਿਬੂਬ ਸਾਹਿਬਾ ਉਹਦੀ ਹੈਗੀ ਆ। ਹੁਣ ਦੇਖੋ ਜੀ ਕਹਿੰਦੇ ਆ ਕਿ ਉਹਨੂੰ ਫਿਲਮ ਵਾਸਤੇ ਇੱਕ ਫਿਲਮ ਸੀ ਰਕਸ਼ੇ ਵਾਲਾ, ਮੇਰਾ ਖਿਆਲ ਆ ਰਕਸ਼ੇ ਵਾਲਾ ਫਿਲਮ ਦੀ ਸ਼ੂਟਿੰਗ ਹੋ ਰਹੀ ਸੀ। ਸੈੱਟ ਵਾਸਤੇ ਲੈ ਗਏ ਆ ਉਹਨੂੰ ਕਿਹਾ ਵੀ ਉਹਦੇ ਸਰ ਜ਼ੇਨ 'ਚ ਹੋਏਗਾ ਵੀ ਇਹ ਸਾਰੀ ਪਰਮਿਸ਼ਨ ਹੋਈ ਆ, ਟ੍ਰੇਨ ਵਗੈਰਾ ਜੋ ਵੀ ਸ਼ਾਟ ਸੀ ਟ੍ਰੇਨ ਦੇ ਕਰੀਬ ਜਾਣਾ ਬਿਲਕੁਲ ਮਕਸਦ ਇਹ ਆ, ਅਤੇ ਉਹ ਸ਼ਾਟ ਲੈਣਾ ਸੀ ਉਹਨਾਂ ਨੇ। ਦੇਖੋ ਜੀ ਹਦਾਇਤਕਾਰ ਵਗੈਰਾ ਸਭ ਨਾਲ ਸੀ, ਲੇਕਿਨ ਉਹਨਾਂ ਕੋਲ ਗਲਤੀ ਇਹ ਹੋਈ ਕਿ ਉਹਨਾਂ ਨੇ ਰੇਲਵੇ ਕੋਲੋਂ ਪਰਮਿਸ਼ਨ ਨਹੀਂ ਲਈ, ਕਿਉਂਕਿ ਜਦ ਤੱਕ ਪਰਮਿਸ਼ਨ ਨਾ ਹੋਵੇ ਤਾਂ ਟ੍ਰੇਨ ਦਾ ਆਪਣੇ ਤਰੀਕੇ ਦੇ ਨਾਲ ਚੱਲਣਾ ਜਾਂ ਆਪਣੇ ਤਰੀਕੇ ਨਾਲ ਆਉਣਾ ਜਾਣਾ ਉਹ ਤਾਂ ਬਣਦਾ ਸੀ ਨਾ। ਕਿਸੇ ਨੂੰ ਕੀ ਪਤਾ ਕਿ ਕੀ ਹੋ ਰਿਹਾ ਵਾ, ਕਿਉਂਕਿ ਲੋਕ ਤਾਂ ਵੈਸੇ ਤੁਰੇ ਫਿਰਦੇ ਰਹਿੰਦੇ ਆ। ਪਾਕਿਸਤਾਨ ਦੀ ਇੱਕ ਆਦਤ ਬਣ ਗਈ ਲੋਕਾਂ ਦੀ ਕਿ ਟ੍ਰੇਨ ਆ ਰਹੀ ਹੁੰਦੀ ਹੈ, ਲੋਕ ਗੁਜ਼ਰੀ ਜਾ ਰਹੇ ਆ, ਲੰਘੀ ਜਾ ਰਹੇ, ਆਈ ਜਾ ਰਹੇ, ਪਤਾ ਨਹੀਂ ਕਿੱਧਰ ਇੰਨੀ ਅੱਗ ਲੱਗੀ ਹੁੰਦੀ ਆ। ਅੱਛਾ ਜੀ, ਉਹਨਾਂ ਨੇ ਸੋਚਿਆ ਵੀ ਸ਼ਾਇਦ ਵਾਲੀ ਗੱਲ ਆ ਕੋਈ ਇਸ ਤਰ੍ਹਾਂ ਦੇ ਲੋਕ ਹੀ ਆ ਜਿਹੜੇ ਐਵੇਂ ਤਸਵੀਰ ਲੈਣੀ ਆ। ਲੇਕਿਨ ਦੱਸਦੇ ਆ ਕਹਿੰਦੇ ਉਹ ਜੀਆ ਬੱਗਾ ਲਾਹੌਰ ਦਾ ਰੇਲਵੇ ਸਟੇਸ਼ਨ ਉਹਦੇ ਕਰੀਬ ਕਰਕੇ ਕਹਿੰਦੇ ਉਹ ਸ਼ੂਟਿੰਗ ਹੋ ਰਹੀ ਸੀ। ਮਕਸਦ ਇਹ ਆ, ਇਹਦੇ ਬਾਰੇ 'ਚ ਸੁਹੇਲ ਅਹਿਮਦ ਸਾਹਿਬ ਨੇ ਵੀ ਬੜੀ ਤਫਸੀਲਨ ਗੱਲ ਕੀਤੀ ਆ, ਲੇਕਿਨ ਸ਼ਾਇਦ ਨੈੱਟ 'ਤੇ ਉਹ ਕੋਈ ਵੀਡੀਓ ਐਸੀ ਨਹੀਂ ਬਣੀ। ਲਓ ਜੀ ਮੈਂ ਕੋਸ਼ਿਸ਼ ਕੀਤੀ ਹੈ ਬਣਾਉਣ ਦੀ। ਉਹ ਦੱਸਦੇ ਆ ਕਹਿੰਦੇ ਕਿ ਸ਼ਾਟ ਹੋ ਰਿਹਾ ਸੀ, ਟ੍ਰੇਨ ਆ ਰਹੀ ਸੀ। ਉਹਨਾਂ ਨੇ ਕਿਹਾ ਸ਼ਾਇਦ ਟ੍ਰੇਨ ਥੋੜ੍ਹੀ ਜਿਹੀ ਨਾ ਆਮ ਜੀ ਸਪੀਡ 'ਚ, ਲੇਕਿਨ ਟ੍ਰੇਨ ਕਾਫੀ ਸਪੀਡ ਵਿੱਚ ਸੀ। ਹੁਣ ਦੇਖੋ ਅਦਾਕਾਰਾ ਨਜਮਾ ਮਹਿਬੂਬ ਐਵੇਂ ਕਰੀਬ ਗਈ ਆ, ਹਾਲੇ ਕੋਈ ਫਾਸਲੇ 'ਚ ਸੀ, 3-4 ਫੁੱਟ ਦਾ ਫਾਸਲਾ ਸੀ ਮਕਸਦ ਇਹ, ਲੇਕਿਨ ਟ੍ਰੇਨ ਇੰਨੀ ਤੇਜ਼ ਸੀ ਕਿ ਉਹਨੇ ਉਸ ਅਦਾਕਾਰਾ ਨੂੰ ਹਵਾ ਦੇ ਵੈਕਮ ਨਾਲ ਹੀ ਆਪਣੀ ਤਰਫ ਖਿੱਚ ਲਿਆ। ਔਰ ਹਵਾ ਦੇ ਵੈਕਮ, ਕਿਉਂਕਿ ਜਦੋਂ ਗੁਜ਼ਰਦੀ ਵੈਕਮ ਬਣਦਾ, ਖਿੱਚਿਆ ਅਤੇ ਕਹਿੰਦੇ ਆ ਕਿ ਉਸ ਚੱਲਦੀ ਹੋਈ ਟ੍ਰੇਨ ਨਜਮਾ ਮਹਿਬੂਬ ਸਾਹਿਬਾ ਉਹਦਾ ਸਰ ਲੱਗਾ
ਤੇ ਉਹ ਮੌਕੇ ਤੇ ਹੀ ਜਿਹੜੀ ਨਾ ਉਹ ਫੌਤ ਹੋ ਗਈ। ਔਰ ਮਕਸਦ ਕਹਿੰਦਾ ਹੈ ਕਿ ਇਹ ਨਜਮਾ ਮਹਿਬੂਬ ਉਹ ਅਦਾਕਾਰਾ ਵਾ ਜਿਹਨੇ ਮਨੱਵਰ ਜ਼ਰੀਫ ਸਾਹਿਬ ਦੀ ਮਾਂ ਦਾ ਕਿਰਦਾਰ ਬੜਾ ਆਲਾ ਅਦਾ ਕੀਤਾ, ਔਰ ਵੈਸੇ ਵੀ PTV ਦੀ ਅਦਾਕਾਰਾ ਸੀ, ਫਿਲਮਾਂ 'ਚ ਬੜਾ ਕੰਮ ਕੀਤਾ, ਬਹੁਤ ਨਾਈਸ ਅਦਾਕਾਰਾ ਸੀ। ਦੇਖੋ ਜਨਾਬ ਕੈਸਾ ਸੀ ਇਹ, ਔਰ ਤੁਹਾਨੂੰ ਤੁਸੀਂ ਸੁਣ ਕੇ ਤੁਹਾਨੂੰ ਬੜਾ ਅਜੀਬ ਲੱਗਾ ਹੋਵੇਗਾ ਕਿ ਕਦੀ ਕਦੀ ਜਾਨ ਦੇਣ ਵਾਲਿਆਂ ਜਿਹੜੇ ਵਿਚਾਰੇ ਹੁੰਦੇ ਆ ਉਹਨਾਂ ਦਾ ਕਈ ਦਫਾ ਕੋਈ ਖਾਸ ਮੁੱਲ ਨਹੀਂ ਪਾਇਆ ਜਾਂਦਾ। ਮਾਰ ਧਾੜ 'ਚ ਸਭ ਜਗ੍ਹਾ ਤੇ ਠੀਕ ਆ, ਲੇਕਿਨ ਖੈਰ ਜਿਹੜੀ ਆ ਖਰਾਬ ਜਗ੍ਹਾ ਉਹ ਖਰਾਬ ਹੀ ਹੁੰਦੀਆਂ, ਜਿਹੜੀਆਂ ਅੱਛੀਆਂ ਜਗ੍ਹਾ ਅੱਛੀ ਜਗ੍ਹਾ। ਉਹ ਕੈਮਰਾਮੈਨ ਸਾਹਿਬ ਜਿਹੜੇ ਰਿਆਜ਼ ਭੱਟ ਸਾਹਿਬ ਸੀ ਨਾ, ਉਹਨਾਂ ਨੂੰ ਤਾਂ ਖੈਰ ਆਪਣੇ ਸਿਲਸਿਲੇ ਨਾਲ ਕਹਿੰਦੇ ਇਸਲਾਮਾਬਾਦ ਜਾਣਾ ਪਿਆ, ਚਲੇ ਗਏ ਪਿੱਛੋਂ। ਹੁਣ ਨਾ ਕਿਸੇ ਨੇ ਉਹਨਾਂ ਨੂੰ ਨਹੀਂ ਦੱਸਿਆ ਸੀ ਵੀ ਤੇਰਾ ਵੀ ਕੋਈ ਵਿੱਚ ਇਹਦੇ ਕੰਮ ਹੈ ਵੀ ਕੋਈ ਨਹੀਂ ਸੀ ਕੰਮ ਉਹਦਾ, ਉਹ ਕਿਸੇ ਆਪਣੇ ਕੰਮ ਇਸਲਾਮਾਬਾਦ ਗਿਆ ਹੋਇਆ ਸੀ। ਉਹਨੂੰ ਪਤਾ ਲੱਗਾ ਉੱਥੇ ਜਾ ਕੇ ਵੀ ਇੱਕ ਇੱਥੇ ਸ਼ੂਟਿੰਗ ਹੋ ਰਹੀ ਆ ਕਿਸੇ ਫਿਲਮ ਦੀ, ਜਿਹਦੇ 'ਚ ਸ਼ਾਨ ਸਾਹਿਬ ਸ਼ਾਇਦ ਹੀਰੋ ਹੈਗੇ ਆ, ਅਤੇ ਉਹ ਜਿਹੜੀ ਸ਼ੂਟਿੰਗ ਆ ਨਾ ਅਤੇ ਮਕਸਦ ਉਹ ਜਾਰੀ ਆ, ਲੇਕਿਨ ਉਹਨੂੰ ਨਹੀਂ ਪਤਾ ਵੀ ਉਹ ਸੈੱਟ ਦੇ ਉੱਤੇ ਕਿਹੜਾ ਕਿਹੜਾ ਅਮਲਾ ਜਿਹੜਾ ਵਾ ਕੌਣ ਕੰਮ ਕਰ ਰਿਹਾ। ਉਹਨੇ ਕਿਹਾ ਚੱਲ ਯਾਰ ਕੁਲੀਗ ਕੀ ਆ, ਦੋਸਤ ਹੈਗੇ ਆ, ਚਲੋ ਜਾ ਕੇ ਦੇਖ ਆਈਏ, ਮਿਲ ਆਈਏ ਉਹਨਾਂ ਨੂੰ। ਉਹ ਕਹਿੰਦੇ ਚਲੇ ਗਏ ਆ। ਕਿਹੜੀ ਫਿਲਮ ਜਨਾਬ? ਫਿਲਮ ਰਕਾਸਾ ਸੀ ਉਹਦਾ ਨਾਮ, ਔਰ ਪਰਵੇਜ਼ ਰਾਣਾ ਸਾਹਿਬ ਉਹਦੇ ਹਦਾਇਤਕਾਰ ਸੀ। ਉਹਨਾਂ ਨੇ ਸੈੱਟ ਲੱਗਾ ਹੋਇਆ, ਸੈੱਟ ਚੱਲ ਰਿਹਾ ਸੀ ਸਾਰਾ। ਮਕਸਦ ਇਹ ਆ ਹਾਲੇ ਬਸ ਨਾ ਸਮਝ ਲਓ ਕਿ ਸੀਨ ਲੈਣ ਦੀਆਂ ਤਿਆਰੀਆਂ ਸੀ, ਅਤੇ ਭੱਟ ਸਾਹਿਬ ਚਲੇ ਗਏ। ਭੱਟ ਸਾਹਿਬ ਨੇ ਦੇਖਿਆ ਚਲੋ ਸ਼ੂਟ ਮਿਲੇ ਗਿਲੇ, ਉਹਨਾਂ ਨੇ ਕਿਹਾ ਚਲੋ ਯਾਰ ਮਿਲ ਹੀ ਲੈਂਦੇ ਹਾਂ, ਹੋਰ ਕੀ ਹੈਗਾ। ਉਹਨਾਂ ਨੇ ਦੇਖਿਆ ਕਿ ਇੱਕ ਕੈਮਰੇ 'ਤੇ ਸੀਨੀਅਰ ਕੈਮਰਾਮੈਨ ਅਰਸ਼ਾਦ ਭੱਟੀ ਸਾਹਿਬ ਬੈਠੇ ਆ, ਔਰ ਦੂਸਰੇ 'ਤੇ ਅਸਿਸਟੈਂਟ ਬੈਠਾ ਕੋਈ। ਹਾਲਾਂਕਿ ਉਹ ਸੀਨ ਬੜਾ ਉਹ ਜਿਹੜਾ ਨਾ ਉਹ ਕੰਪਲੀਕੇਟਡ ਔਰ ਮੁਸ਼ਕਿਲ ਸੀਨ ਸੀ। ਉਹਨਾਂ ਨੇ ਸੋਚਿਆ ਯਾਰ ਕਿਉਂ ਨਾ ਹੋਵੇ, ਇੰਨੀ ਮਿਹਨਤ ਕੀਤੀ, ਇੰਨਾ ਪੈਸਾ ਲਾਇਆ, ਕਿਉਂ ਨਾ ਉਹਦਾ ਅਸਿਸਟੈਂਟ ਬੈਠਾ ਨਾ, ਉਹਦੇ ਕੈਮਰੇ ਦੇ ਉੱਤੇ ਮੈਂ ਬੈਠ ਜਾਣਾ, ਸ਼ਾਟ ਅੱਛਾ ਹੋ ਜਾਵੇਗਾ। ਇਹ ਦੇਖੋ ਇਹ ਦਲੇਰ ਲੋਕਾਂ ਦਾ ਕੰਮ ਆ। ਹਾਲਾਂਕਿ ਉਹਨੇ ਕਿਹੜਾ ਕੋਈ ਇਹਦੀ ਫੀਸ ਲਈ ਸੀ ਜਾਂ ਉਹਨੇ ਕੋਈ ਪੈਸੇ ਲਏ ਸੀ। ਅੱਛਾ ਜੀ, ਉਹਨੇ ਉਹਨੂੰ ਉਠਾਇਆ, ਕੈਮਰੇ 'ਤੇ ਆਪ ਬੈਠ ਕੇ ਕਹਿੰਦਾ ਚਲੋ ਮੈਂ ਕਰਦਾ, ਇੱਧਰੋਂ ਤੂੰ ਕਰ, ਇੱਧਰੋਂ ਮੈਂ ਕਰਦਾ। ਸ਼ਾਟ ਸੀ ਕਿ ਇੱਕ ਹੈਵੀ ਬਾਈਕਰ ਐਵੇਂ ਕੋਲੋਂ ਲੰਘਣਾ ਸੀ। ਮਕਸਦ ਇਹ ਆ ਕਿ ਉਹਨੂੰ ਜਿਸ ਤਰ੍ਹਾਂ ਦਾ ਸ਼ਾਟ ਹਦਾਇਤਕਾਰ ਨੇ ਕਿਹਾ ਵੀ ਤੇਰੀ ਸਪੀਡ ਨਾ ਆਵੇ ਅਤੇ ਐਵੇਂ ਗੁਜ਼ਰ ਜਾਣਾ। ਉਹਨੇ ਜਨਾਬ ਉਹ ਕਹਿੰਦੇ ਜਿਹੜੇ ਹੈਵੀ ਬਾਈਕਰ ਸੀ ਨਾ, ਉਹ ਐਵੇਂ ਬੈਠਾ ਰੈਡੀ ਤਿਆਰ ਸਭ ਕੁਛ। ਉਹਨੇ ਜਿਵੇਂ ਹੀ ਬਾਈਕ ਸਟਾਰਟ ਕੀਤੀ ਨਾ ਅਤੇ ਚੱਲ ਪਿਆ ਕੈਮਰਿਆਂ ਵੱਲ। ਹੁਣ ਸੂਰਤ ਹਾਲ ਇਹ ਹੋਈ ਕਿ ਉਹ ਤੇਜ਼ ਲਾਈਟਾਂ ਦੀ ਵਜ੍ਹਾ ਤੋਂ ਸੀਨ ਸ਼ਾਇਦ ਰਾਤ ਦਾ ਸੀ ਉਹ ਮਕਸਦ, ਅਤੇ ਉਹ ਜਦੋਂ ਕਰੀਬ ਆਇਆ ਨਾ ਉਹਨੂੰ ਸਮਝ ਨਹੀਂ ਆਈ ਕਿ ਕੈਮਰੇ ਕਿੱਥੇ ਪਏ ਆ, ਕਿ ਮੈਂ ਟਰਨ ਕਿੱਥੋਂ ਲੈਣਾ ਵਾ। ਉਹ ਕਹਿੰਦੇ ਆ ਕਿ ਉਹ ਅੱਲਾ ਦੀ ਕਰਨੀ, ਉਹ ਹੈਵੀ ਬਾਈਕਰ ਸਿੱਧਾ ਹੀ ਜਿਹੜਾ ਸੀ ਨਾ ਮਤਲਬ ਭੱਟ ਸਾਹਿਬ ਦੇ ਕੈਮਰੇ 'ਚ ਵੱਜਾ। ਜਦੋਂ ਭੱਟ ਸਾਹਿਬ ਦੇ ਕੈਮਰੇ 'ਚ ਵੱਜਾ, ਰਿਆਜ਼ ਭੱਟ ਸਾਹਿਬ ਉਸ ਕੈਮਰੇ 'ਚ ਵੱਜਦਿਆਂ ਹੀ, ਹੈਵੀ ਬਾਈਕ ਤੇ ਵੈਸੇ ਹੀ ਬੜੀ ਵਜ਼ਨੀ ਹੈ ਯਾਰ, ਉਧਰੋਂ ਸਪੀਡ ਉਧਰੋਂ ਕੰਟਰੋਲ ਤੋਂ ਬਾਹਰ। ਉਹ ਜਦੋਂ ਵੱਜਾ ਨਾ ਅਤੇ ਉਹ ਕਹਿੰਦੇ ਆ ਕੈਮਰੇ ਦਾ ਕੋਈ ਰਾਡ ਸੀ ਐਵੇਂ ਨਿਕਲਿਆ ਹੋਇਆ, ਕਿਸੇ ਕੰਮ ਵਾਸਤੇ ਹੁੰਦਾ ਹੋਏਗਾ ਉਹ। ਮਕਸਦ ਇਹ ਆ ਉਹ ਰਾਡ ਜਿਹੜਾ ਸੀ ਨਾ ਉਹ ਭੱਟ ਸਾਹਿਬ ਦੇ ਸਿੱਧਾ ਹੀ ਆ ਸੀਨੇ ਦੇ ਵਿੱਚ ਖੁੱਭ ਗਿਆ। ਉਹ ਕਹਿੰਦੇ ਜੀ ਵੱਜਾ ਇੰਨੀ ਸ਼ਦੀਦ ਤਰੀਕੇ ਨਾਲ ਵੱਜਾ ਕਿ ਭੱਟ ਸਾਹਿਬ ਜਿਹੜੇ ਸੀ ਨਾ ਉਹ ਕਈ ਤਾਂ ਦੱਸਦੇ ਆ ਜੀ ਮੌਕੇ 'ਤੇ ਹੀ ਉਹ ਖਤਮ ਹੋ ਗਏ ਸੀ, ਕੋਈ ਦੱਸਦੇ ਵੀ 2-4 ਘੰਟੇ ਜਾਂ ਜਿਸ ਤਰ੍ਹਾਂ ਵੀ ਆ ਉਹ ਜ਼ਿੰਦਾ ਰਹੇ। ਮਕਸਦ ਮੇਰਾ ਕਹਿਣ ਦਾ ਇਹ ਗੱਲ ਹੈਗੀ ਆ ਕਿ ਦੇਖੋ ਇਹਨਾਂ ਲੋਕਾਂ ਦੀਆਂ ਕੁਰਬਾਨੀਆਂ ਦੇਖੋ, ਲੇਕਿਨ ਇਹਦਾ ਨਾਮ ਕਿਤੇ ਨਜ਼ਰ ਨਹੀਂ ਆ ਰਿਹਾ। ਨਾਮ ਹੋ ਗਿਆ ਜੀ ਹਾਏ ਹਾਏ ਹੀਰੋ ਨੇ ਇਹ ਕਰਤਾ, ਹੀਰੋ ਨੇ ਉਹ ਕਰਤਾ। ਠੀਕ ਆ ਜੀ, ਅਤੇ ਇਹ ਜਿਹੜੀ ਸੀ ਨਾ ਇਹ ਸਟੋਰੀ ਵੀ ਨੇ ਵੀ ਬੜਾ ਲੋਕਾਂ ਦਾ ਮਾਹੌਲ